ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ ਮਹੱਲੇ ਪਹਿਲੇ ਦੇ 18ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਮਹੱਲਾ ਪਹਿਲਾ। ਗੁਰਪ੍ਰਸਾਦੀ ਬੁੱਝ ਲੈ ਤਿਉ ਹੋਏ ਨਵੇਰਾ, ਕਰ ਕਰ ਨਾਮ ਨਿਰੰਜਨਾ ਸੋ ਠਾਕਰ ਮੇਰਾ। ਬਿਨ ਗੁਰ ਸ਼ਬਦ ਨਵ ਛੁਟੀਏ ਦੇਖੇ ਵਿਚਾਰਾ, ਜੇ ਲੱਖ ਕਰਮ ਕਮਾਵਈ ਬਿਨ ਗੁਰ ਅੰਧਿਆਰਾ ਰਹਾਓ। ਅੰਧੇ ਅਕਲੀ ਬਾਹਰੇ ਕਿਆ 300 ਕਹੀਏ, ਬਿਨ ਗੁਰ ਪੰਥ ਨ ਸੂਝਈ ਕਿਤ ਬਿਦ ਨਿਰਭਈਏ। ਖੋਟੇ ਕਿਉ ਖਰਾ ਕਹੇ ਖਰੇ ਸਾਰ ਨ ਜਾਣੇ, ਅੰਧੇ ਕਿਉ ਕਾ ਨਾਮ ਪਾਰਖੂ ਕੱਲੀ ਕਾਲ ਵਿਡਾਣੇ। ਸੂਤੇ ਕਿਉ ਜਾਗਤ ਕਹੇ ਜਾਗਤ ਕਿਉ ਸੂਤਾ, ਜੀਵਤ ਕਿਉ ਮੂਆ ਕਹੇ ਮੂਏ ਨਹੀਂ ਰੋਤਾ। आवत क्यों जाता कहे जाते क्यों आया, पर की क्यों अपनी कहे अपनों नहीं पाया। मीठे को काढ़ा कहे कड़ुए को मीठा, राते की निंदा करे ऐसा कल में डीठा। चेरी की सेवा करे ठाकर नहीं दिसे, पोखर नीर बरोलिए माखन नहीं रीसे। इस पद जो अर्थाए ले सो गुरु हमारा, नानक चीने आपको सो अपर अपारा। सब आपे आप वर्तदा आपे परमाया, गुर कृपा ते बूझिए सब ब्रह्म समाया। सब आपे आप वर्तदा आपे परमाया, ਗੁਰ ਕਿਰਪਾ ਤੇ ਬੂਝੀਏ ਸਭ ਬ੍ਰਹਮ ਸਮਾਇਆ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜੇ ਗੁਰਮੁਖ ਗੁਰੂ ਦੀ ਕਿਰਪਾ ਨਾਲ ਇਹ ਸਮਝ ਲਵੇ ਤਾਂ ਹੀ ਜਨਮ ਮਰਨ ਦੇ ਚੱਕਰ ਦਾ ਨਿਬੇੜਾ ਹੋ ਜਾਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹਰ ਇੱਕ ਹਿਰਦੇ ਵਿੱਚ ਹਰ ਇੱਕ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਗੁਰਸ਼ਬਦ ਨਾਮ ਵਸਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਹੀ ਸਾਡਾ ਠਾਕੁਰ ਹੈ ਜੀ, ਸਵਾਮੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਗੁਰਸ਼ਬਦ ਨਾਮ ਤੋਂ ਬਿਨਾਂ ਮਾਇਆਵੀ ਵਿਕਾਰਾਂ ਦਾ ਖਾਤਮਾ ਨਹੀਂ ਹੋ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੇ ਲੱਖਾਂ ਕਰਮ ਕਾਂਡ ਕਰਕੇ ਵੀ ਵੇਖ ਲਈਏ, ਫਿਰ ਗੁਰੂ ਜੀ ਕਹਿੰਦੇ ਹਨ ਪਰ ਗੁਰੂ ਦੇ ਗੁਰਸ਼ਬਦ ਨਾਮ ਤੋਂ ਬਿਨਾਂ ਅਗਿਆਨਤਾ ਦਾ ਅੰਧੇਰਾ ਪਸਰਿਆ ਹੀ ਰਹਿੰਦਾ ਹੈ ਜੀ, ਕਦੀ ਨਹੀਂ ਜਾਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਅਗਿਆਨੀ ਅਤੇ ਅਕਲ ਤੋਂ ਵਿਛੁੰਨੇ ਅੰਨੇ ਹਨ ਜੀ, ਉਹਨਾਂ ਨੂੰ ਕੀ ਕਹੀਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਨਾਮ ਤੋਂ ਬਿਨਾਂ ਉਹਨਾਂ ਨੂੰ ਅਧਿਆਤਮਿਕਤਾ ਦਾ ਰਸਤਾ ਨਹੀਂ ਲੱਭ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨਾਲ ਨਿਰਵਾਹ ਕਿਸ ਢੰਗ ਨਾਲ ਕਰੀਏ ਜੀ, ਜੋ ਕਿ ਅਕਲ ਤੋਂ ਅੰਨੇ ਹਨ ਅਤੇ ਖੋਟੇ ਨੂੰ ਖਰਾ ਕਹਿੰਦੇ ਹਨ ਅਤੇ ਖਰੇ ਦੀ ਖਬਰਸਾਰ ਨਹੀਂ ਰੱਖਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆਵੀ ਕਲਯੁਗ ਵਿੱਚ ਅੰਨੇ ਹੋਏ ਭਾਵ ਅਗਿਆਨੀ ਦਾ ਨਾਂ ਅਸੀਂ ਸਾਰਿਆਂ ਨੇ ਪਾਰਖੂ ਰੱਖਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਾਇਆ ਵਿੱਚ ਸੁੱਤੇ ਹੋਏ ਨੂੰ ਜਗਤ ਜਾਗਦਾ ਅਤੇ ਜਾਗਦੇ ਹੋਇਆਂ ਨੂੰ ਸੁੱਤਾ ਆਖਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਉਂਦਿਆਂ ਨੂੰ ਮੋਇਆ ਹੋਇਆ ਕਹਿੰਦਾ ਹੈ ਅਤੇ ਆਤਮਿਕ ਤੌਰ 'ਤੇ ਮੋਇਆ ਹੋਇਆਂ ਲਈ ਰੋਂਦਾ ਨਹੀਂ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਹਰ ਇੱਕ ਚੀਜ਼ ਨੂੰ ਇਹ ਉਲਟੀ ਕਰਦਾ ਹੈ ਜੀ, ਉਲਟੀ ਸੁਝਦੀ ਹੈ ਜੀ। ਆਉਂਦੇ ਨੂੰ ਜਾਂਦਾ ਕਹਿੰਦਾ ਹੈ ਅਤੇ ਜਾਂਦਿਆਂ ਨੂੰ ਆਇਆ ਕਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਾਈ ਵਸਤੂ ਨੂੰ ਆਪਣੀ ਕਹਿੰਦਾ ਹੈ ਜੀ ਅਤੇ ਗੁਰਸ਼ਬਦ ਨਾਮ ਨੂੰ ਇਸ ਨੂੰ ਚੰਗਾ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਿੱਠੇ ਨੂੰ ਕੌੜਾ ਕਹਿੰਦਾ ਹੈ ਜੀ ਅਤੇ ਕੌੜੇ ਨੂੰ ਮਿੱਠਾ ਕਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਪਰਮੇਸ਼ਰ ਹਰ ਦੇ ਗੁਰਸ਼ਬਦ ਨਾਮ ਵਿੱਚ ਰੰਗੇ ਹੋਏ ਦੀ ਇਹ ਨਿੰਦਿਆ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਸਭ ਕੁਝ ਕਲਯੁਗ ਵਿੱਚ ਵਾਪਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਚੇਲੀ ਭਾਵ ਇਹ ਆਪਣੀ ਮਾਇਆ ਦੀ ਮਾਇਆਵੀ ਵਿਕਾਰਾਂ ਦੀ ਸੇਵਾ ਕਰਦਾ ਹੈ ਜੀ, ਭਾਵ ਖੁੱਭਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਦੀ ਸਥਿਤੀ ਇਹੋ ਜਿਹੀ ਹੈ ਜੀ ਜਿਸ ਤਰ੍ਹਾਂ ਅਸੀਂ ਛੱਪੜ ਦੇ ਪਾਣੀ ਨੂੰ ਮਥੀਏ ਭਾਵ ਰਿੜਕੀਏ ਤਾਂ ਉਸ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ ਜੀ। ਇਸ ਦੀ ਵੀ ਉਹੀ ਹਾਲਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਗੁਰਸ਼ਬਦ ਨਾਮ ਦਾ ਅਰਥ ਸਮਝਣ ਲਈ ਸਾਡਾ ਉਹੀ ਗੁਰਬਾਣੀ ਗੁਰਮਤ ਹੈ ਜੀ, ਜੋ ਗੁਰਮਤ ਨੂੰ ਅਪਣਾ ਕੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ। ਫਿਰ ਗੁਰੂ ਜੀ ਕਹਿੰਦੇ ਹਨ ਜੋ ਆਪਣੇ ਆਪ ਨੂੰ ਆਪਣੇ ਮੂਲ ਨੂੰ ਗੁਰਸ਼ਬਦ ਨਾਮ ਦੁਆਰਾ ਪਹਿਚਾਨ ਲੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹੀ ਅਪਰਪਾਰ ਭਾਵ ਅਸੀਮ ਉੱਚੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਸਭ ਜੀਵਾਂ ਵਿੱਚ ਆਪ ਹੀ ਵਿਆਪਕ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਅਗਿਆਨੀਆਂ ਨੂੰ ਆਪ ਹੀ ਭਰਮ ਵਿੱਚ ਪਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੀ ਮਿਹਰ ਕਿਰਪਾ ਨਾਲ ਇਹ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਇਸ ਨੂੰ ਸਮਝਿਆ ਜਾ ਸਕਦਾ ਹੈ ਜੀ ਕਿ ਬ੍ਰਹਮ ਭਾਵ ਪਰਮੇਸ਼ਰ ਸ੍ਰਿਸ਼ਟੀ ਦਾ ਕਰਤਾ ਪੁਰਖ ਹਰ ਥਾਂ ਹਰ ਇੱਕ ਦੇ ਹਿਰਦੇ ਵਿੱਚ ਸਮਾਇਆ ਹੋਇਆ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਸਾਰਾ ਜਗਤ ਮਾਇਆਵੀ ਵਿਕਾਰਾਂ ਵਿੱਚ ਇੰਨਾ ਖੁੱਭਿਆ ਹੋਇਆ ਹੈ ਜੀ ਕਿ ਉਹਨੂੰ ਸਿੱਧੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਪੁੱਠੀਆਂ ਹੀ ਪੁੱਠੀਆਂ ਦਿਸਦੀਆਂ ਹਨ ਜੀ। ਤਾਂ ਹੀ ਹਰ ਇੱਕ ਪੰਕਤੀ 'ਚ ਇਹ ਬਿਆਨ ਕਰ ਰਹੇ ਹਨ ਜੀ ਕਿ ਕਲਯੁਗੀਆਂ ਨੂੰ ਚੀਜ਼ਾਂ ਸਿੱਧੀਆਂ ਨਹੀਂ ਉਲਟੀਆਂ ਹੀ ਦਿਸਦੀਆਂ ਹਨ ਕਿਉਂਕਿ ਉਹ ਮਾਇਆਵੀ ਵਿਕਾਰਾਂ ਵਿੱਚ ਫਸੇ ਹੋਏ ਹਨ ਜੀ। ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਸਾਨੂੰ ਦੱਸਦੇ ਹਨ ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ, ਇਸ ਪਦ ਜੋ ਅਰਥਾਏ ਲੈ ਸੋ ਗੁਰੂ ਹਮਾਰਾ ਭਾਵ ਪਰਮੇਸ਼ਰ ਸਭ ਦੇ ਹਿਰਦੇ ਵਿੱਚ ਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਦੀ ਸੋਝੀ ਗੁਰੂ ਦੇ ਗੁਰਸ਼ਬਦ ਨਾਮ ਦੁਆਰਾ ਪ੍ਰਾਪਤ ਹੁੰਦੀ ਹੈ ਜੀ। ਭਾਵ ਅਸੀਂ ਗੁਰਸ਼ਬਦ ਨਾਮ ਦੁਆਰਾ ਆਪਣੇ ਆਪ ਨੂੰ ਪਹਿਚਾਨ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰੂ ਦੇ ਸ਼ਬਦ ਨਾਮ ਪ੍ਰਦਰਸ਼ਨ ਤੋਂ ਬਿਨਾਂ ਜਗਤ ਭਵ ਸਾਗਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ ਜੀ। ਇਹ ਸੰਭਵ ਹੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਲਯੁਗ ਵਿੱਚ ਮਨੁੱਖ ਦੀ ਸੋਚ ਉਲਟੀ ਦਿਸ਼ਾ ਵੱਲ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮ ਸਤਾ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਨ ਦੀ ਥਾਂ ਉਸ ਦੁਆਰਾ ਸਿਰਜੀ ਹੋਈ ਮਾਇਆ ਦੀ ਸੇਵਾ ਵਿਕਾਰ ਵਿੱਚ ਇਹ ਸਾਰਾ ਜਗਤ ਸੰਸਾਰ
ਗਲਤਾਨ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਗੁਰਸ਼ਬਦ ਨਾਮ ਦੁਆਰਾ ਆਪਣੇ ਆਪ ਨੂੰ ਪਹਿਚਾਨ ਕੇ, ਹਰ ਮੂਲ ਨੂੰ ਪਹਿਚਾਨ ਕੇ ਪਰਮੇਸ਼ਰ ਨੂੰ ਆਪਣੇ ਅੰਦਰ ਪਹਿਚਾਨ ਲੈਂਦਾ ਹੈ ਜੀ, ਗੁਰੂ ਜੀ ਕਹਿੰਦੇ ਹਨ ਉਹੀ ਗੁਰਮੁਖ ਸ੍ਰੇਸ਼ਠ ਹਨ ਜੀ। ਪਰ ਗੁਰਸ਼ਬਦ ਗੁਰਬਾਣੀ ਨਾਮ ਸਾਡੇ ਅੰਦਰ ਵਸੇ, ਫਿਰ ਗੁਰੂ ਦੀ ਕਿਰਪਾ ਹੋਵੇ, ਇਹ ਤਾਂ ਹੀ ਸੰਭਵ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਗੁਰ ਕਿਰਪਾ ਤੇ ਬੂਝੀਏ ਸਭ ਬ੍ਰਹਮ ਸਮਾਇਆ, ਗੁਰ ਕਿਰਪਾ ਤੇ ਬੂਝੀਏ ਸਭ ਬ੍ਰਹਮ ਸਮਾਇਆ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।